दया मया कृपा ठाकुर की सही संत सुभाई। तिनकै संग नानक निस्तरिय जिन रस रस हर गुण गाई। जाको भये गोविंद सुहाई। सुख सहज आनंद सगल स्यों वाको व्याध न काई। सतनाम श्री वाहिगुरु साहिब जी। जैत श्री महला पंजवा। कोई जन हरस्यों देवै जोर। चरण गहों बकों सुबरसना। दीजै प्राण को। कोई जन हरस्यों देवै जोर। चरण गहों बकों सुबरसना। दिज है प्राण अकोर। रहा मन तन निर्मल करत क्यारो। हर सिंचै सुधा संजोर। या रस मह मगन होत कृपा ते। मह बिख्याते तोर। आयो शरण दीन दुख भंजन। चितवों तुमरी ओर। अभय पद दान सिमरन स्वामी को। प्रभ नानक बंधन छोर। आयो शरण दीन दुख भंजन। चितवों तुमरी ओर। अभय पद दान सिमरन स्वामी को। प्रभ नानक बंधन छोर। वाहिगुरु जी का खालसा वाहिगुरु जी की फतेह। धन धन जुगो जुग अटल चवर छतर दे मालक। दीन दुनिया दे वाली। सर्व कला समर्थ सर्व व्यापक सर्व दुख भंजन स्वामी। सर्व सुखां दे दाते। हाजरा हजूर जाहिरा जहूर। सर्व कला भरपूर बाणी दे बोहित। नाम दे जहाज धन श्री गुरु ग्रंथ साहिब पातशाह जी महाराज। जिन्हां दी अज अपार किरपा दे सदका अमृत वेले दी दात जो है प्राप्त हुई। इस दात दी संभाल करते हुए सतगुरां द्वारा बख्शी हुई स्वासां पूंजी नूं सतगुरु जी के चरनां पास लेखे दे विच लगाउण दा यतन कर रहे सतसंगी जनों। जो अज दे पावन फरमान सतगुरां ने सानू बख्शिश कीते हन। पावन पवित्र अंग 701 तो प्रारंभ हो करके
ਇਹਨਾਂ ਪਾਵਨ ਬਚਨਾਂ ਦੀ ਜੋ ਸੰਪੂਰਨਤਾ ਹੈ 702 ਪਾਵਨ ਪਵਿੱਤਰ ਅੰਗ ਦੇ ਉੱਪਰ ਹੋ ਰਹੀ ਹੈ। ਸਭ ਤੋਂ ਪਹਿਲੇ ਆਨੰਦ ਸਾਹਿਬ ਦੇ ਜਾਪ ਸਰਵਣ ਕਰਨ ਤੋਂ ਉਪਰੰਤ ਅਰਦਾਸਾਂ ਵਿੱਚ ਸ਼ਮੂਲੀਅਤ ਕੀਤੀ ਹੈ। ਸਤਿਗੁਰਾਂ ਦੇ ਚਰਨਾਂ ਪਾਸ ਅਰਦਾਸ ਬੇਨਤੀ ਕੀਤੀ ਗਈ, ਸਹੀ ਪਿਆਰੇ ਮੇਲ ਜਿਨ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ। ਔਰ ਅੱਜ ਦੇ ਪਾਵਨ ਬਚਨ ਦਾ ਜੋ ਪਾਵਨ ਮੁੱਖ ਸੁਨੇਹਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੇ ਪੰਜਵੇਂ ਜਾਮੇ, ਪੰਜਵੀਂ ਜੋਤ, ਪੰਜਵੇਂ ਜਾਨਸ਼ੀਨ, ਸ਼ਹੀਦਾਂ ਦੇ ਸਰਤਾਜ, ਬਾਣੀ ਦੇ ਬੋਹਿਤ, ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਿਤ ਇਹ ਸ਼ਬਦ ਜੈਤ ਸ੍ਰੀ ਰਾਗ ਦਾ ਚੌਥੇ ਘਰ ਦਾ ਜੋ ਇਹ 9ਵਾਂ ਸ਼ਬਦ ਹੈ, ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ। ਇਸ ਦੇ ਅੰਦਰ ਸਤਿਗੁਰੂ ਜੀ ਦਾ ਮੁੱਖ ਸੁਨੇਹਾ ਹੁਣੇ ਆਪਾਂ ਸਰਵਣ ਕੀਤਾ ਹੈ। ਕੋਈ ਜਨ ਹਰ ਸਿਉ ਦੇਵੈ ਜੋਰ, ਕੋਈ ਜਨ। ਸਤਿਗੁਰੂ ਜੀ ਨੇ ਜਦੋਂ ਵੀ ਮੰਗ ਕੀਤੀ ਹੈ, ਉਹਨਾਂ ਦੀ ਮੰਗ ਕੀਤੀ ਹੈ ਜਿਹੜੇ ਜੁੜੇ ਹੋਏ ਹਨ, ਕਿਉਂਕਿ ਜਿਹੜਾ ਆਪ ਜੁੜਿਆ ਹੈ ਉਹੀ ਜੋੜ ਸਕਦਾ ਹੈ। ਜਿਹੜਾ ਪਹਿਲੇ ਆਪ ਟੁੱਟਿਆ ਹੈ, ਆਪ ਹੀ ਖੇਰੂ ਹੋਇਆ ਫਿਰਦਾ ਹੈ, ਉਹ ਦੂਸਰੇ ਦੇ ਜੀਵਨ ਦੇ ਵਿੱਚ ਹਰਿਆਵਲਤਾ ਲਿਆਉਣ ਦੇ ਵਿੱਚ ਸਹਾਈ ਸਿੱਧ ਨਹੀਂ ਹੋ ਸਕਦਾ। ਜਿਸ ਦਾ ਆਪਣਾ ਮਨ ਵਲਵਲਿਆਂ ਦੇ ਵਿੱਚ ਉਲਝਿਆ ਹੋਇਆ ਹੈ, ਦੁਚਿੱਤੇਪਨ ਦੇ ਵਿੱਚ ਭਟਕਦਾ ਫਿਰਦਾ ਹੈ, ਜਿਸ ਦੀ ਆਪਣੇ ਮਨ ਦੀ ਭਟਕਣਾ ਸਮਾਪਤ ਨਹੀਂ ਹੋਈ, ਉਹ ਦੂਸਰੇ ਦੇ ਮਨ ਦੀ ਭਟਕਣਾ ਕਦੇ ਸਮਾਪਤ ਕਰ ਹੀ ਨਹੀਂ ਸਕਦਾ। ਇਸ ਕਰਕੇ ਸਤਿਗੁਰੂ ਜੀ ਨੇ ਦੱਸਣਾ ਕੀਤਾ ਹੈ ਕਿ ਜਦੋਂ ਮਨੁੱਖ ਬਣਾਇਆ ਹੈ ਤੇ ਉਹਦੇ ਵਿੱਚ ਇੱਕ ਵਿਵੇਕ ਬੁੱਧ ਪਾਈ ਹੈ। ਆਪਾਂ ਰੋਜ਼ ਮੰਗ ਵੀ ਕਰੀਦੀ ਹੈ, ਸਿੱਖਾਂ ਨੂੰ ਬਖਸ਼ੋ ਵਿਵੇਕ ਦਾਨ। ਪਹਿਲੇ ਹੀ ਆਟੋਮੈਟਿਕਲੀ ਜਿਹੜੇ ਦਾਨਾਂ ਦੀ ਮੰਗ ਕੀਤੀ ਗਈ ਹੈ, ਇਹ ਗੁਰਸਿੱਖ ਨੂੰ ਮਿਲ ਚੁੱਕੀ ਹੈ, ਕਿਉਂਕਿ ਆਪਾਂ ਗੁਰਸਿੱਖ ਫੈਮਿਲੀਜ਼ ਦੇ ਨਾਲ ਬਿਲੋਂਗ ਕਰਦੇ ਹਾਂ ਔਰ ਗੁਰਸਿੱਖੀ ਸਾਡਾ ਮੁੱਢ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਨੇ ਸਾਨੂੰ ਨਿਆਮਤਾਂ ਬਖਸ਼ੀਆਂ ਹਨ, ਗੁਰਸਿੱਖੀ ਦਾ ਫਲ ਦਾ ਬੂਟਾ ਲਗਾ ਕੇ ਫਲ ਜਿਹੜਾ ਹੈ ਸਾਡੀ ਝੋਲੀ ਵਿੱਚ ਪਾਇਆ ਹੈ, ਔਰ ਸੁੱਤੇ ਸਿੱਧ ਇਹ ਨਿਆਮਤਾਂ ਸਾਨੂੰ ਮਿਲ ਗਈਆਂ ਹਨ, ਜਿਨ੍ਹਾਂ ਦੀਆਂ ਦਾਤਾਂ ਅਸੀਂ ਮੰਗ ਕਰਦੇ ਹਾਂ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਸਭ ਤੋਂ ਉੱਤਮ ਦਾਨ ਨਾਮ ਦਾਨ। ਮੰਗ ਕਰਦਾ ਹੈ, ਜਦੋਂ ਭਿਖਾਰੀ ਕੋਈ ਆਪਣੇ ਵਿਹੜੇ ਦੇ ਵਿੱਚ ਆਉਂਦਾ ਹੈ, ਮੰਗ ਕਰਦਾ ਹੈ। ਹੁਣ ਇਹ ਤੇ ਹੈ ਨਹੀਂ ਕਿ ਅਸੀਂ ਆਪਣੇ ਘਰ ਦੀ ਸਭ ਤੋਂ ਉੱਤਮ ਚੀਜ਼ ਚੱਕ ਕੇ ਉਹਦੀ ਝੋਲੀ ਦੇ ਵਿੱਚ ਪਾਈਏ। ਭਿਖਾਰੀ ਨੂੰ ਤੇ ਸਭ ਤੋਂ ਫਟਿਆ ਨੋਟ ਦਿੱਤਾ ਜਾਂਦਾ ਹੈ ਆਪਣੀ ਜੇਬ ਚੋਂ ਕੱਢ ਕੇ, ਜਦੋਂ ਕੋਈ ਆਉਂਦਾ ਹੈ ਮੰਗ ਕਰਦਾ ਹੈ। ਵਿਣ ਬੋਲਿਆ ਭਾਵੇਂ ਇਨਸਾਨ ਆਪਣਾ ਆਪ ਵੀ ਉਸ ਤੋਂ ਨਿਸ਼ਾਵਰ ਕਰ ਦੇਵੇ, ਪਰ ਜਦੋਂ ਕੋਈ ਆ ਕੇ ਮੰਗ ਲੈਂਦਾ ਹੈ, ਜਦੋਂ ਮੰਗ ਰੱਖੀ ਜਾਂਦੀ ਹੈ, ਫਿਰ ਮੰਗ ਨੂੰ ਪੂਰੀਆਂ ਕਰਨ ਦਾ ਜਿਹੜਾ ਫਲਸਫਾ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ। ਇਸੇ ਪ੍ਰਕਾਰ ਸਤਿਗੁਰੂ ਜੀ ਦੇ ਦਰ ਦੇ ਵਿੱਚ ਅਸੀਂ ਮੰਗਤੇ ਬਣ ਕੇ ਆਉਂਦੇ ਹਾਂ। ਭਿਖਾਰੀ ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇਰੇ ਮਨ ਦੇ ਵਿੱਚ ਆਵੇ ਤੇ ਤੂੰ ਆਪਣੇ ਘਰ ਦੀ ਸਭ ਤੋਂ ਉੱਤਮ ਚੀਜ਼ ਚੱਕ ਕੇ ਸਾਡੀ ਝੋਲੀ ਵਿੱਚ ਪਾ ਦੇਵੇਂ। ਜੇ ਤੇਰੇ ਮਨ ਦੇ ਵਿੱਚ ਨਾ ਆਵੇ ਤੇ ਹੋ ਸਕਦਾ ਸਾਨੂੰ ਖਾਲੀ ਜਾਣਾ ਪੈ ਜਾਵੇ। ਜਾਂ ਇਉਂ ਕਹਿ ਲਈਏ ਕਿ ਜਿਵੇਂ ਅਸੀਂ ਵਤੀਰਾ ਕਰਦੇ ਹਾਂ ਆਪਣੇ ਘਰ ਆਏ ਕਿਸੇ ਭਿਖਾਰੀ ਦਾ, ਹੋ ਸਕਦਾ ਸਾਡੇ ਨਾਲ ਵੀ ਉਸ ਤਰ੍ਹਾਂ ਹੀ ਹੋ ਜਾਵੇ, ਸਾਨੂੰ ਵੀ ਸਭ ਤੋਂ ਖੋਟੀ ਚੀਜ਼ ਮਿਲ ਜਾਵੇ ਉਸਦੇ ਘਰ ਦੀ। ਕਈ ਵਾਰ ਦੇਖਿਆ ਹੈ ਨਾ,
ਦੁੱਧ ਪੁੱਤਰਾਂ ਦੀ ਮੰਗ ਕਰਦਿਆਂ ਕਰਦਿਆਂ ਤੇ ਜਦੋਂ ਬੱਚੇ ਵੱਡੇ ਹੁੰਦੇ ਆ ਨਸ਼ੇੜੀ ਨਿਕਲ ਆਉਂਦੇ ਹਨ, ਜਾਂ ਬੱਚੇ ਲੂਲੇ ਲੰਗੜੇ ਨਿਕਲ ਆਉਂਦੇ ਹਨ। ਇਹ ਇਉਂ ਹੀ ਹੈ, ਵਿਵੇਕ ਬੁੱਧ ਨਹੀਂ ਹੈ। ਬੱਚੇ ਕਈ ਇਸ ਤਰ੍ਹਾਂ ਦੇ ਸੰਸਾਰ ਦੇ ਵਿੱਚ ਆਉਂਦੇ ਹਨ, ਮੰਗ ਰੱਖੀ ਜਾਂਦੀ ਹੈ। ਸਤਿਗੁਰੂ ਜੀ ਦੱਸਣਾ ਕਰਦੇ ਨਾ, ਮੰਗ ਨਾ ਮੰਗਣ ਨਿੱਕਾ, ਮੰਗਣਾ ਉਹ ਚੰਗਾ ਹੈ, ਹਰ ਜਸ ਗੁਰ ਤੇ ਮੰਗਣਾ। ਪਰਮਾਤਮਾ ਦਾ ਜਸ ਮੰਗੀਏ, ਗੁਰੂ ਦੇ ਕੋਲੋਂ ਗੁਰੂ ਨੂੰ ਮੰਗ ਲਈਏ। ਕਦੇ ਗੁਰੂ ਦੇ ਕੋਲੋਂ ਗੁਰੂ ਨੂੰ ਤੇ ਮੰਗਿਆ ਹੀ ਨਹੀਂ। ਤੇ ਮੰਗ ਸਾਡੀ ਹੈ ਦੁੱਧ ਦੀ, ਪੁੱਤਰਾਂ ਦੀ, ਜ਼ਮੀਨ ਦੀ, ਜਾਇਦਾਦ ਦੀ, ਕੋਠੀਆਂ ਦੀ, ਮਹਿਲਾਂ ਦੀ, ਸੋਹਣੇ ਕਾਰੋਬਾਰ ਦੀ। ਇਹ ਮੰਗਾਂ ਹਨ ਸਾਡੀਆਂ। ਦੁਨਿਆਵੀ ਚੀਜ਼ਾਂ ਤੇ ਆਟੋਮੈਟਿਕਲੀ ਗੁਰਸਿੱਖ ਨੂੰ ਮਿਲਦੀਆਂ ਹਨ। ਜਿਵੇਂ ਘਰ ਦੇ ਵਿੱਚ ਇੱਕ ਦਰਖਤ ਲੱਗਾ ਹੋਵੇ, ਉਹਦੇ ਨਾਲ ਫਲ ਵੀ ਆਉਣਾ, ਉਹਦੇ ਨਾਲ ਪੱਤੇ ਵੀ ਆਉਣੇ, ਟਾਹਣੀਆਂ ਵੀ ਆਉਣੀਆਂ, ਆਟੋਮੈਟਿਕਲੀ ਛਾਂ ਵੀ ਆਉਣੀ ਹੈ ਜੇ ਦਰਖਤ ਲੱਗਾ ਹੈ ਘਰ ਦੇ ਵਿੱਚ। ਹੁਣ ਗੁਰਸਿੱਖੀ ਦਾ ਬੂਟਾ, ਗੁਰਸਿੱਖੀ ਦਾ ਦਰਖਤ ਸਾਡੇ ਘਰ ਦੇ ਵਿੱਚ ਲੱਗਾ ਹੋਇਆ ਹੈ। ਅਸੀਂ ਗੁਰਸਿੱਖੀ ਫੈਮਲੀਜ਼ ਨਾਲ ਬਿਲੋਂਗ ਕਰਦੇ ਹਾਂ, ਸਾਡੇ ਘਰ ਦੇ ਵਿੱਚ ਤੇ ਉਹ ਦਾਤਾਂ ਪਹਿਲਾਂ ਹੀ ਮੌਜੂਦ ਹਨ। ਫਿਰ ਸਾਨੂੰ ਉਹਨਾਂ ਚੀਜ਼ਾਂ ਦੀ ਮੰਗ ਕਰਨ ਦੀ ਕੀ ਲੋੜ ਹੈ? ਸਾਨੂੰ ਉਹ ਚੀਜ਼ ਮੰਗਣੀ ਚਾਹੀਦੀ ਹੈ ਜਿਸ ਤੋਂ ਬਾਅਦ ਸਾਨੂੰ ਕਦੇ ਕੋਈ ਚੀਜ਼ ਮੰਗਣ ਦੀ ਲੋੜ ਹੀ ਨਾ ਪਵੇ। ਦਾਤਾਂ ਉਹ ਨਾ ਮੰਗੀ ਹੈ, ਉਹ ਦਾਤ ਅਸੀਂ ਕਦੇ ਮੰਗੀਏ ਨਾ, ਫਿਰ ਮੰਗਣ ਜਾਈਏ, ਫਿਰ ਭਿਖਾਰੀ ਬਣੇ ਰਹੀਏ, ਬਾਰ-ਬਾਰ ਮੰਗਤੇ ਬਣੇ ਰਹੀਏ। ਕਿਉਂਕਿ ਜਦੋਂ ਇਨਸਾਨ ਕਿਸੇ ਦਾਤ ਨੂੰ ਮੰਗ ਲੈਂਦਾ ਹੈ ਤੇ ਦਾਤ ਮਿਲ ਜਾਂਦੀ ਹੈ, ਤੇ ਫਿਰ ਹੋ ਸਕਦਾ ਹੈ ਕਿ ਇਨਸਾਨ ਉਸ ਦਾਤ ਨਾਲ ਹੀ ਜੁੜ ਜਾਵੇ। ਜਿਹਨੇ ਦਾਤ ਦਿੱਤੀ ਹੈ ਉਹਦੇ ਨਾਲੋਂ ਇਨਸਾਨ ਟੁੱਟ ਜਾਂਦਾ ਹੈ, ਮਨੁੱਖ ਟੁੱਟ ਜਾਂਦਾ ਹੈ। ਇਸ ਕਰਕੇ ਉਹਨਾਂ ਜਨਾਂ ਦੀ ਮੰਗ ਕੀਤੀ ਹੈ, ਪਿਆਰਿਆਂ ਦੀ ਮੰਗ ਕੀਤੀ ਹੈ, ਜਿਹੜੇ ਆਪਣੇ ਆਪ ਨੂੰ ਨਿਉਛਾਵਰ ਕਰਕੇ ਆਪਣੀਆਂ ਮੰਗਾਂ, ਆਪਣੇ ਦੁਚਿੱਤੇਪਨ, ਸੰਸਾਰਕ ਮੰਗਾਂ ਨੂੰ ਦੂਰ ਰੱਖ ਕੇ ਕੇਵਲ ਤੇ ਕੇਵਲ ਸੰਸਾਰਕ ਨਹੀਂ, ਪਰਮਾਰਥਕ ਮੰਗਾਂ ਦੇ ਉੱਤੇ ਔਰ ਪਰਮਾਤਮਕ ਮੰਗਾਂ ਦੇ ਉੱਤੇ ਆਪਣੀ ਜਿਹੜਾ ਟੀਚਾ ਹੈ, ਜਿਹੜਾ ਆਪਣਾ ਏਮ ਹੈ, ਉਸ ਨੂੰ ਟਿਕਾ ਕੇ ਰੱਖਦੇ ਹਨ। ਉਹਨਾਂ ਜਨ ਪਿਆਰਿਆਂ ਦੀ ਗੱਲ ਕੀਤੀ ਹੈ। ਸੁਖਾਲਾ ਕਰ ਲਈਏ ਕਿ ਸਤਿਗੁਰੂ ਜੀ ਨੇ ਜੀਵਨ ਸਭਨਾਂ ਨੂੰ ਦਿੱਤਾ ਹੈ, ਪਰ ਉਸ ਜੀਵਨ ਦੇ ਵਿੱਚ ਸਫਲ ਕੁਝ ਵਿਲੱਖਣ ਪੁਰਸ਼ ਹੀ ਹੋ ਸਕਦੇ ਹਨ। ਇੰਜੀਨੀਅਰ ਸਾਰੇ ਕਾਲਜ ਵਿੱਚ, ਕਾਲਜ ਹੈ ਇੰਜੀਨੀਅਰਿੰਗ ਦਾ, ਉਹਦੇ ਵਿੱਚ ਹਜ਼ਾਰਾਂ, ਲੱਖਾਂ, ਕਰੋੜਾਂ ਸਟੂਡੈਂਟਸ ਪੜ੍ਹ ਰਹੇ ਹਨ। ਪੂਰੇ ਸੰਸਾਰ ਦੇ ਵਿੱਚ, ਵਿਸ਼ਵ ਦੇ ਵਿੱਚ ਹਜ਼ਾਰਾਂ ਹੀ ਕਾਲਜ, ਯੂਨੀਵਰਸਿਟੀਜ਼ ਹਨ ਇੰਜੀਨੀਅਰਿੰਗ ਦੀਆਂ, ਔਰ ਉਹਨਾਂ ਵਿੱਚ ਲੱਖਾਂ ਕਰੋੜਾਂ ਲੋਕ ਪੜ੍ਹ ਰਹੇ ਹਨ, ਬੱਚੇ ਪੜ੍ਹ ਰਹੇ ਹਨ। ਪਰ ਉਹਨਾਂ ਦੇ ਵਿੱਚੋਂ ਆਲਾ ਇੰਜੀਨੀਅਰ, ਜਿਹੜਾ ਸਿਰੇ ਦਾ ਟੌਪ ਦਾ ਇੰਜੀਨੀਅਰ, ਜਿਹੜਾ ਕੋਈ ਵੱਖਰਾ ਵਿਲੱਖਣ ਹੀ ਪੁਰਸ਼, ਵਿਲੱਖਣ ਹੀ ਬੱਚਾ ਨਿਕਲ ਪਾਉਂਦਾ ਹੈ। ਉਹ ਕਿਹੜਾ? ਜਿਸ ਨੇ ਆਪਣੇ ਅਧਿਆਪਕ ਦੀ, ਆਪਣੇ ਟੀਚਰ ਦੀ ਗੱਲ ਡਿਪਟੋ, ਬਿਲਕੁਲ ਇੱਕਦਮ ਜੋ ਉਸਨੇ ਕਹਿ ਦਿੱਤਾ ਉਸ ਨੂੰ ਬਿਲਕੁਲ ਕਾਪੀ ਕਰ ਲਿਆ। ਕਾਪੀ ਕਰਨ ਦਾ ਮਤਲਬ ਇਹ ਹੈ ਕਿ ਆਪਣੇ ਜੀਵਨ ਦੇ ਵਿੱਚ ਹੰਢਾ ਲਿਆ, ਕਿ ਉਸਨੇ ਕਿਹਾ ਕਿ ਰਿਪੀਟੇਬਲ ਹੈ, ਇਸ ਕੁਐਸਚਨ ਨੂੰ ਤੂੰ ਰਿਪੀਟ ਐਂਡ ਰਿਪੀਟ, ਬਾਰ-ਬਾਰ ਰਿਪੀਟ ਕਰਨਾ ਹੈ, ਔਰ ਬਾਰ-ਬਾਰ ਇਸ ਨੂੰ ਸੋਲਵ ਕਰਕੇ ਦੇਖਣਾ ਹੈ, ਕਿਧਰੇ ਐਗਜ਼ਾਮਸ ਦੇ ਟਾਈਮ ਦੇ ਵਿੱਚ ਤੇਰੇ ਮਾਈਂਡ 'ਚੋਂ ਸਲਿੱਪ ਨਾ ਹੋ ਜਾਵੇ। ਜਦੋਂ ਪ੍ਰੀਖਿਆ ਦਾ ਸਮਾਂ ਹੋਵੇ, ਇਹ ਜਿਹੜਾ ਸਵਾਲ ਹੈ ਪ੍ਰੀਖਿਆ ਦੇ ਵਿੱਚ ਆਉਣਾ ਹੈ, ਟੀਚਰ ਨੇ ਉਹਨੂੰ ਕਹਿ ਦਿੱਤਾ ਕਿ ਇਹ ਤੇਰੇ ਮਾਈਂਡ 'ਚੋਂ ਉਸ ਸਮੇਂ ਸਲਿੱਪ ਨਹੀਂ ਹੋਣਾ ਚਾਹੀਦਾ, ਉਸ ਸਮੇਂ ਜਦੋਂ ਪ੍ਰੀਖਿਆ ਪੈਣੀ ਹੈ, ਜਦੋਂ ਸਮਾਂ ਆਉਣਾ ਹੈ, ਉਸ ਸਮੇਂ ਕਿਧਰੇ ਮਨ ਡੋਲ ਨਾ ਜਾਵੇ। ਇਸ ਕਰਕੇ ਉਹ ਗੱਲ ਨੂੰ ਧਿਆਨ ਨਾਲ ਸੁਣ ਲੈਂਦਾ ਹੈ, ਅਤੇ ਜਿਹੜਾ ਧਿਆਨ ਨਾਲ ਸੁਣ ਲੈਂਦਾ ਉਹ ਆਪਣੇ ਜੀਵਨ ਵਿੱਚ ਹੰਢਾ ਲੈਂਦਾ ਹੈ, ਅਤੇ ਜਿਹੜਾ ਜੀਵਨ ਵਿੱਚ ਹੰਢਾ ਲੈਂਦਾ ਹੈ ਉਹ ਆਲਾ ਇੰਜੀਨੀਅਰ, ਉਹ ਆਲਾ ਡਾਕਟਰ, ਉਹ ਆਲਾ ਸਾਇੰਟਿਸਟ, ਉਹ ਆਲਾ ਵਿਅਕਤੀ ਬਣ ਜਾਂਦਾ ਹੈ, ਸਿਰੇ ਦਾ ਖੋਜੀ ਬਣ ਜਾਂਦਾ ਹੈ। ਅਤੇ ਜਿਹੜਾ ਸਿਰੇ ਦਾ ਖੋਜੀ ਹੁੰਦਾ ਹੈ, ਉਸ ਨੂੰ ਉਸ ਦੀ ਖੋਜ ਦਾ ਫਲ ਵੀ ਸਿਰੇ ਦਾ ਹੀ ਮਿਲਦਾ ਹੈ। ਇਸ ਕਰਕੇ ਸਤਿਗੁਰੂ ਜੀ ਦੱਸਣਾ ਕਰਦੇ ਹਨ, ਕੋਈ ਜਨ, ਕੋਈ ਵਿਰਲਾ ਮਨੁੱਖ ਜਿਹੜਾ ਤੈਨੂੰ ਪ੍ਰਾਪਤ ਕਰ ਚੁੱਕਾ ਹੈ, ਉਹ ਜਨ ਜਿਹੜਾ ਤੇਰਾ ਸਪੈਸ਼ਲ ਪਿਆਰਾ ਵਿਅਕਤੀ ਹੈ, ਮਨੁੱਖ ਮਾਤਰ ਹੈ, ਉਹ ਮਨੁੱਖ ਤੂੰ ਮੈਨੂੰ ਮਿਲਾ ਦੇ, ਤੂੰ ਮੈਨੂੰ ਉਹਦੇ ਨਾਲ ਜੋੜ ਦੇ, ਤਾਂ ਕਿ ਮੈਂ ਉਹਦੇ ਨਾਲ ਜੁੜ ਕੇ ਜੇ ਉਸਨੇ ਕੁਛ ਪ੍ਰਾਪਤੀ ਕੀਤੀ ਹੈ
ਅਤੇ ਮੈਂ ਉਹਦੇ ਕੋਲੋਂ ਸਿੱਖ ਲਵਾਂ ਅਤੇ ਮੈਨੂੰ ਵੀ ਪ੍ਰਾਪਤੀ ਹੋ ਜਾਵੇ, ਕਿਉਂਕਿ ਮੈਨੂੰ ਪ੍ਰਾਪਤੀ ਨਹੀਂ ਹੈ। ਮੈਂ ਟੁੱਟਿਆ ਹੋਇਆ ਹਾਂ ਅਤੇ ਮੈਨੂੰ ਟੁੱਟੇ ਹੋਏ ਨੂੰ ਜੋੜਨ ਦੇ ਵਾਸਤੇ ਇੱਕ ਰਾਹ ਚਾਹੀਦਾ ਹੈ। ਉਹ ਰਾਹ ਮੈਨੂੰ ਤੂੰ ਦਿਖਾਉਣਾ ਹੈ। ਤੇਰੀ ਕਿਰਪਾ ਚਾਹੀਦੀ ਹੈ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮੇਰਾ ਗੁਣ ਅਤੇ ਅਵਗੁਣ ਤੂੰ ਵਿਚਾਰਨਾ ਨਹੀਂ ਹੈ। ਜੇ ਮੇਰਾ ਗੁਣ ਅਤੇ ਅਵਗੁਣ ਵਿਚਾਰਨ ਲੱਗ ਪਿਆ, ਫਿਰ ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ। ਜੇ ਤੂੰ ਗੁਣ ਵੀ ਅਤੇ ਅਵਗੁਣ ਵਿਚਾਰ ਕੇ ਮੈਨੂੰ ਦਾਤ ਦੇਣ ਦੀ ਗੱਲ ਸੋਚਣ ਲੱਗ ਪਿਆ, ਅਤੇ ਫਿਰ ਮੇਰੇ ਵਿੱਚ ਤਾਂ ਇੱਕ ਵੀ ਗੁਣ ਨਹੀਂ। ਈਵਨ ਕਿ ਮੇਰੇ ਵਿੱਚ ਤਾਂ ਲੇਖਾ ਕਤਹਿ ਨਾ ਛੁਟਿਆ ਖਿਣ ਖਿਣ ਭੁੱਲਣਹਾਰ। ਮੈਂ ਤਾਂ ਖਿਣ ਖਿਣ ਦਾ ਭੁੱਲਣਹਾਰ ਹਾਂ। ਮੇਰੇ ਵਿੱਚ ਗੁਣ ਇੱਕ ਵੀ ਨਹੀਂ। ਮੈਂ ਖਿਣ ਖਿਣ ਦਾ ਭੁੱਲਣਹਾਰ ਹਾਂ। ਮੈਂ ਲੂਣ ਹਰਾਮੀ ਹਾਂ। ਮੈਂ ਗੁਨਹਗਾਰ ਹਾਂ। ਬੇਗਾਨਾ ਅਲਪ ਮਤ ਛੋਟੀ ਮੱਤ ਵਾਲਾ ਹਾਂ। ਇਹ ਸਭ ਕੁਝ ਜਾਣਦੇ ਹੋਏ ਵੀ ਮੈਂ ਫਿਰ ਵੀ ਤੇਰੇ ਅੱਗੇ ਮੰਗ ਕਰ ਰਿਹਾ ਹਾਂ। ਫਿਰ ਵੀ ਤੇਰੀ ਕਿਰਪਾ ਬਾਰੇ ਮੈਨੂੰ ਸੁਣਨ ਨੂੰ ਮਿਲਿਆ ਹੈ। ਮੈਨੂੰ ਪਤਾ ਹੈ ਤੂੰ ਦਇਆ ਦਾ ਸਾਗਰ ਹੈ। ਮੈਨੂੰ ਪਤਾ ਹੈ ਤੂੰ ਬਖਸ਼ਣਹਾਰ ਹੈ, ਤੂੰ ਪਿਤਾ ਹੈ। ਅਤੇ ਪਿਤਾ ਕਦੇ ਆਪਣੇ ਬੱਚਿਆਂ ਨੂੰ, ਭਾਵੇਂ ਜਿੰਨਾ ਮਰਜ਼ੀ ਵਿਗੜਿਆ ਹੋਇਆ ਬੱਚਾ ਹੋਵੇ, ਕਦੇ ਵੀ ਇਹ ਨਹੀਂ ਕਹਿੰਦਾ ਕਿ ਤੂੰ ਘਰੋਂ ਨਿਕਲ ਜਾ ਜਾਂ ਮੇਰੀ ਜ਼ਿੰਦਗੀ 'ਚੋਂ ਨਿਕਲ ਜਾ। ਕਦੇ ਵੀ ਨਹੀਂ ਕਹਿੰਦਾ, ਨਾ ਹੀ ਉਹ ਨਿਕਲ ਸਕਦਾ ਹੈ। ਹੁਣ ਬੱਚਾ ਤੁਰਨਾ ਸਿੱਖਦਾ ਹੈ। ਪਹਿਲੇ ਤਾਂ ਉਂਗਲੀ ਫੜੀ ਹੁੰਦੀ ਹੈ ਪਿਓ ਦੀ। ਜਦੋਂ ਤੁਰਨਾ ਸਿੱਖ ਲੈਂਦਾ ਹੈ, ਥੋੜ੍ਹਾ ਜਿਹਾ ਉਂਗਲੀ ਛਡਾ ਲੈਂਦਾ ਹੈ, ਅੱਗੇ ਲੱਗ ਕੇ ਭੱਜਣ ਲੱਗ ਜਾਂਦਾ ਹੈ। ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਪਿਤਾ ਨੇ ਦੇਖਣਾ ਨਹੀਂ ਹੈ ਹੁਣ ਉਹਦੇ ਵੱਲ। ਉਹਨੂੰ ਪਤਾ ਹੈ ਕਿ ਅਜੇ ਤਾਂ ਤੁਰਨਾ ਸਿੱਖ ਰਿਹਾ ਹੈ। ਉਹ ਪਿੱਛੇ ਪਿੱਛੇ ਆਉਂਦਾ ਹੈ। ਉਹ ਪਿੱਛੇ ਪਿੱਛੇ ਆਉਂਦਾ ਹੈ ਕਿ ਕਿਧਰੇ ਠੇਡਾ ਲੱਗੇ ਅਤੇ ਇਹ ਗਿਰ ਕੇ ਸੱਟ ਨਾ ਖਾ ਲਵੇ। ਅਤੇ ਉਹ ਗਿਰਨ ਤੋਂ ਪਹਿਲੇ ਹੀ, ਜਦੋਂ ਬੱਚੇ ਨੂੰ ਠੇਡਾ ਲੱਗਦਾ ਹੈ, ਉਹ ਗਿਰਨ ਤੋਂ ਪਹਿਲੇ ਹੀ ਉਸ ਨੂੰ ਆ ਕੇ ਫੜ ਕੇ ਝਪੱਟਾ ਮਾਰ ਕੇ ਫੜ ਲੈਂਦਾ ਹੈ। ਇਹ ਹੈ ਗੁਰੂ, ਇਹ ਹੈ ਪਿਤਾ। ਉਹ ਸਾਨੂੰ ਗਿਰਨ ਨਹੀਂ ਦਿੰਦਾ। ਸਾਨੂੰ ਪਤਾ ਹੈ ਅਸੀਂ ਗੁਰਸਿੱਖੀ ਦੀ ਫੈਮਲੀਜ਼ ਨੂੰ ਬਿਲੋਂਗ ਕਰਦੇ ਹਾਂ। ਗੁਰਸਿੱਖੀ ਦੀ ਫੈਮਿਲੀ ਵਿੱਚ ਜ਼ਰੂਰ ਆ ਗਏ ਹਾਂ, ਪਰ ਟੁੱਟੇ ਹੋਏ ਹਾਂ। ਫਿਰ ਵੀ ਸਾਨੂੰ ਲੋੜ ਹੈ। ਅਸੀਂ ਤੁਰਨਾ ਸਿੱਖੇ ਹਾਂ, ਪਰ ਅਸੀਂ ਉਂਗਲੀ ਛਡਾ ਚੁੱਕੇ ਹਾਂ ਅਤੇ ਉਹ ਸਾਡੇ ਨਾਲ ਨਾਲ ਸਾਡੇ ਪਿੱਛੇ ਪਿੱਛੇ ਤੁਰ ਰਿਹਾ ਹੈ। ਉਹਨੂੰ ਪਤਾ ਹੈ ਕਿ ਇਸ ਨੇ ਠੋਕਰ ਖਾਣੀ ਹੈ। ਪਿਤਾ ਉਂਗਲੀ ਛੱਡਦਾ ਜ਼ਰੂਰ ਹੈ, ਪਰ ਉਹ ਆਪਣਾ ਸਾਇਆ ਜਿਹੜਾ ਹੈ ਬੱਚੇ ਦੇ ਉੱਤੋਂ ਦੂਰ ਨਹੀਂ ਹੋਣ ਦਿੰਦਾ। ਉਂਗਲੀ ਛੱਡਦਾ ਜ਼ਰੂਰ ਹੈ। ਉਹ ਦੇਖਦਾ ਹੈ ਕਿ ਦੇਖਦੇ ਹਾਂ ਕਿੱਥੇ ਤੱਕ ਭੱਜਦਾ ਹੈ, ਪਰ ਉਹ ਕਦੇ ਸਾਥ ਨਹੀਂ ਛੱਡਦਾ ਹੈ। ਠੇਡਾ ਲੱਗਣ ਤੋਂ ਪਹਿਲੇ ਹੀ, ਕਈ ਵਾਰ ਠੇਡਾ ਲੱਗਣ ਵੀ ਦੇ ਦਿੰਦਾ ਹੈ ਪਿਤਾ, ਕਿ ਠੋਕਰ ਲੱਗਣੀ ਵੀ ਜ਼ਰੂਰੀ ਹੈ। ਜੇ ਠੋਕਰ ਨਾ ਲੱਗੀ ਤਾਂ ਇਹਨੂੰ ਅਕਲ ਨਹੀਂ ਆਵੇਗੀ। ਥੋੜ੍ਹਾ ਜਿਹਾ ਦੁੱਖ ਆ ਜਾਂਦਾ ਹੈ ਜ਼ਿੰਦਗੀ ਵਿੱਚ। ਇਹ ਛੋਟਾ ਜਿਹਾ ਦੁੱਖ ਜਿਹੜਾ ਹੈ, ਇਹ ਠੋਕਰ ਦੀ ਤਰ੍ਹਾਂ ਹੁੰਦਾ ਹੈ। ਥੋੜ੍ਹੀ ਜਿਹੀ ਦੁੱਖ ਦੇ ਨਾਲ, ਟੁੱਟੇ ਹੋਏ ਦੇ ਨਾਲ, ਫਿਰ ਇਨਸਾਨ ਦੁਬਾਰਾ ਜੁੜ ਜਾਂਦਾ ਹੈ। ਥੋੜ੍ਹੀ ਜਿਹੀ ਸੱਟ ਵੱਜਦੀ ਹੈ, ਚੇਤਾ ਆਉਂਦਾ ਹੈ ਨਾ ਦੁਬਾਰਾ ਮਾਂ ਦਾ, ਦੁਬਾਰਾ ਪਿਤਾ ਦਾ ਚੇਤਾ ਆਉਂਦਾ ਹੈ। ਥੋੜ੍ਹੀ ਜਿਹੀ ਸੱਟ ਵੱਜਦੀ ਹੈ। ਸੋ ਇਸੇ ਤਰ੍ਹਾਂ ਜਦੋਂ ਥੋੜ੍ਹਾ ਜਿਹਾ ਦੁੱਖ ਆਉਂਦਾ ਹੈ, ਫਿਰ ਚੇਤਾ ਆਉਂਦਾ ਹੈ ਪਿਤਾ ਦਾ, ਗੁਰੂ ਦਾ। ਫਿਰ ਉਸ ਸਮੇਂ ਉਹ ਦੁੱਖ ਜਿਹੜਾ ਹੈ ਦਾਰੂ ਬਣ ਜਾਂਦਾ ਹੈ। ਦੁੱਖ ਦਾਰੂ। ਜਦੋਂ ਸੁੱਖ ਦੀ ਘੜੀ ਆਉਂਦੀ ਹੈ, ਭੁੱਲ ਜਾਂਦਾ ਹੈ ਪਿਤਾ, ਮਾਂ ਭੁੱਲ ਜਾਂਦੀ ਹੈ, ਦੇਣ ਵਾਲਾ ਭੁੱਲ ਜਾਂਦਾ ਹੈ ਜਿਹਨੇ ਦਿੱਤਾ ਹੈ। ਫਿਰ ਉਹ ਸੁੱਖ ਜਿਹੜਾ ਹੈ ਉਹ ਰੋਗ ਬਣ ਜਾਂਦਾ ਹੈ। ਜਾ ਸੁਖ ਤਾਮ ਨਾ ਹੋਈ। ਸਤਿਗੁਰੂ ਜੀ ਇੱਥੇ ਦੱਸਣਾ ਕਰਦੇ ਹੋ, ਕੋਈ ਜਨ ਹਰ ਸਿਉ ਦੇਵੈ ਜੋਰ। ਹੇ ਸਤਿਗੁਰੂ ਜੀ, ਮੈਨੂੰ ਕੋਈ ਉਹ ਜਨ ਮਿਲਾ ਦਿਓ ਜਿਹੜਾ ਮੈਨੂੰ ਪਰਮਾਤਮਾ ਦੇ ਨਾਲ ਜੋੜ ਦੇਵੇ, ਕਿਉਂਕਿ ਮੈਂ ਟੁੱਟਾ ਹੋਇਆ। ਜੋੜਨ ਦੀ ਗੱਲ ਤਾਂ ਤਾਂ ਹੀ ਹੈ ਨਾ ਜੇ ਟੁੱਟੇ ਹੋਏ ਹਾਂ। ਲਿਵ ਛੁੜਕੀ ਹੈ ਤਾਂ ਹੀ ਤਾਂ ਲਿਵ ਨੂੰ ਦੁਬਾਰੇ ਜੋੜਨ ਦੀ ਗੱਲ ਚੱਲ ਰਹੀ ਹੈ। ਈਵਨ ਕਿ ਪਹਿਲੇ ਜੁੜੀ ਹੋਈ ਸੀ ਤਾਂ ਟੁੱਟੀ ਹੈ। ਜੇ ਲਿਵ ਛੁੜਕੀ ਦੀ ਗੱਲ ਆਈ ਹੈ ਤੇ ਪਹਿਲੇ ਜੁੜੀ ਹੋਈ ਸੀ, ਇਹ ਪੱਕਿਆਂ ਹੋ ਗਿਆ ਹੈ। ਜੇ ਜੁੜੀ ਨਾ ਹੁੰਦੀ ਤੇ ਟੁੱਟਣਾ ਨਹੀਂ ਸੀ। ਲਿਵ ਛੁੜਕੀ ਨਹੀਂ ਸੀ, ਛੁੜਕਣੀ ਨਹੀਂ ਸੀ ਜੇ ਜੁੜੀ ਨਾ ਹੁੰਦੀ। ਪਹਿਲੇ ਜੁੜੀ ਹੋਈ ਸੀ, ਫਿਰ ਛੁੜਕ ਗਈ। ਹੁਣ ਦੁਬਾਰੇ ਮੰਗ ਕਰ ਰਹੇ ਆ, ਸਤਿਗੁਰੂ ਜੀ ਦੁਬਾਰੇ ਜੋੜ ਲੈ। ਕੋਈ ਜਨ ਹਰ ਸਿਉ ਦੇਵੈ ਜੋਰ।
ਮੈਨੂੰ ਕੋਈ ਉਹ ਮਨੁੱਖ ਦੇ ਨਾਲ ਮਿਲਾ, ਉਹ ਜਨ ਦੇ ਨਾਲ ਮਿਲਾ, ਆਪਣੇ ਪਿਆਰੇ ਦੇ ਨਾਲ ਮਿਲਾ, ਪਰਮਾਤਮਾ ਦੇ ਨਾਲ ਜਿਹੜਾ ਜੁੜਿਆ ਹੋਇਆ ਹੈ, ਜਿਹਦੇ ਜੁੜੇ ਹੋਏ ਦੇ ਨਾਲ ਮਿਲਣ ਕਰਕੇ ਮੈਨੂੰ ਵੀ ਜੁੜਨ ਦਾ ਸਮਾਂ ਪ੍ਰਾਪਤ ਹੋ ਜਾਵੇ, ਕਿਉਂਕਿ ਇਹ ਸਮਾਂ ਹੀ ਹੈ ਮੇਰੇ ਕੋਲ ਕੁਝ ਦੇਣ ਵਾਸਤੇ, ਹੋਰ ਕੁਝ ਵੀ ਨਹੀਂ ਹੈ। ਮੇਰੇ ਕੋਲ ਐਸਾ ਕੋਈ ਵੀ ਪਦਾਰਥ ਨਹੀਂ ਜਿਹੜਾ ਮੈਂ ਉਸ ਨੂੰ ਦੇ ਸਕਾਂ, ਜਿਹੜਾ ਮੈਂ ਪਹਿਲੇ ਹੀ ਉਸ ਤੋਂ ਲਿਆ ਹੈ। ਪਰਮਾਤਮਾ ਨੇ ਪਹਿਲੇ ਮੇਰੀਆਂ ਸਾਰੀਆਂ ਮੰਗਾਂ ਪੂਰੀਆਂ ਕਰਕੇ ਮੈਨੂੰ ਸੋਹਣੇ ਮੰਦਰ ਬਖਸ਼ਿਸ਼ ਕੀਤੇ ਹਨ। ਜੇ ਪ੍ਰਸਾਦ ਬਸਾ ਹੈ ਸੁੱਖ ਮੰਦਰ, ਮੈਂ ਸੁੱਖ ਮੰਦਰਾਂ ਦੇ ਵਿੱਚ ਵਸਦਾ ਹਾਂ, ਜਿਹਦੀ ਕਿਰਪਾ ਦੇ ਨਾਲ ਮੈਂ ਉਹਨੂੰ ਮੰਦਰਾਂ ਦੀ ਦਾਤ ਕਿਵੇਂ ਦੇ ਸਕਦਾ ਹਾਂ, ਕਿਉਂਕਿ ਮੇਰੇ ਕੋਲ ਤਾਂ ਹੈ ਹੀ ਨਹੀਂ, ਮੈਨੂੰ ਤਾਂ ਉਹਨੇ ਖੁਦ ਦਿੱਤਾ ਹੈ, ਮੈਂ ਤਾਂ ਉਹਦੇ ਕੋਲੋਂ ਲਿਆ ਹੈ। ਅਸੀਂ ਕਹਿੰਦੇ ਹਾਂ ਕਿ ਅਸੀਂ ਸੋਹਣਾ ਜਿਹਾ ਦਰਬਾਰ ਬਣਾਤਾ ਉਹਦੇ ਵਾਸਤੇ, ਉੱਤੇ ਫੱਟਾ ਲਗਵਾ ਦੇਈਦਾ ਹੈ ਨਾਮ ਦਾ, ਫਲਾਣੇ ਸਿੰਘ ਨੇ ਇੰਨਾ ਲੱਖ ਰੁਪਇਆ ਦਾਨ ਕੀਤਾ ਜੀ। ਦਾਨ ਕੌਣ ਕਰ ਸਕਦਾ ਹੈ? ਹੁਣ ਇੱਕ ਇਨਸਾਨ ਨੂੰ ਸਤਿਗੁਰੂ ਜੀ ਨੇ ਕਰੋੜ ਰੁਪਇਆ ਦੇ ਦਿੱਤਾ, ਉਹਦੇ ਵਿੱਚੋਂ ਜੇ ਲੱਖ ਰੁਪਇਆ ਉਹਨੇ ਆ ਕਰਕੇ ਗੁਰੂ ਘਰ ਨੂੰ ਦੇ ਵੀ ਦਿੱਤਾ, ਤਾਂ ਉਹਦੇ ਫੱਟੇ ਦੇ ਉੱਤੇ ਨਾਂ ਲਿਖਾਉਣ ਦੀ ਕੀ ਜ਼ਰੂਰਤ ਹੈ? ਜਦ ਕਿ ਬਾਕੀ 99 ਲੱਖ ਦਾ ਤੇ ਹਾਲੇ ਹਿਸਾਬ ਨਹੀਂ ਨਾ ਆਇਆ, ਜਿਹੜਾ ਸਤਿਗੁਰੂ ਜੀ ਨੇ ਉਹਨੂੰ ਦਿੱਤਾ ਹੈ। ਕਰੋੜ ਦੇ ਵਿੱਚੋਂ 1 ਲੱਖ ਮੋੜ ਦੇਣ ਦੇ ਨਾਲ ਹੁਣ ਵਿਆਜੀ ਜਿਹੜਾ ਹੈ ਆਪਣਾ ਵਿਆਜ ਦੇ ਕੇ ਜਾਵੇ ਤੇ ਕੀ ਉਹਦੀ ਫੱਟੀ ਦੇ ਉੱਤੇ ਨਾਮ ਲਿਖਵਾਉਂਦਾ ਹੈ? ਸੂਦ ਲੈਣ ਵਾਲਾ, ਵਿਆਜ ਲੈਣ ਵਾਲਾ ਕਦੇ ਨਹੀਂ ਲਿਖਵਾਉਂਦਾ। ਜਾਂ ਸਾਡੇ ਕੋਲੋਂ ਕਿਸੇ ਨੇ ਵਿਆਜ ਤੇ ਪੈਸਾ ਲਿਆ ਹੋਵੇ, ਉਹ ਸਾਨੂੰ ਵਿਆਜ ਦੇ ਕੇ ਜਾਵੇ, ਅਸੀਂ ਫੱਟੀ ਤੇ ਨਾਮ ਲਿਖਵਾਵਾਂਗੇ ਉਹਦਾ? ਨਹੀਂ ਲਿਖਵਾ ਸਕਦੇ। ਸਤਿਗੁਰੂ ਜੀ ਇੱਥੇ ਦੱਸਣਾ ਕਰਦੇ ਹਨ ਕਿ ਉਹ ਜਨ ਮੇਰੇ ਨਾਲ ਮਿਲਾ, ਜਿਹੜਾ ਤੇਰੇ ਨਾਲ ਜੁੜਿਆ ਹੋਇਆ ਹੈ, ਜਿਹਦੇ ਜੁੜੇ ਹੋਏ ਦੇ ਨਾਲ ਮਿਲਣ ਕਰਕੇ ਮੈਨੂੰ ਜੁੜਨ ਦਾ ਸਮਾਂ ਪ੍ਰਾਪਤ ਹੋ ਜਾਵੇ। ਮੈਂ ਐਸੇ ਜਨ ਦੇ ਉੱਤੋਂ ਕੀ ਕਰਾਂ? ਚਰਨ ਗਹੂੰ, ਮੈਂ ਉਹਦੇ ਚਰਨਾਂ ਨੂੰ ਫੜ ਲਵਾਂ, ਕਿਉਂਕਿ ਮੇਰੇ ਕੋਲ ਹੋਰ ਕੋਈ ਰਸਤਾ ਹੀ ਨਹੀਂ ਹੈ। ਮੈਂ ਟੁੱਟਿਆ ਹੋਇਆ ਹਾਂ, ਮੈਨੂੰ ਪਤਾ ਹੈ ਮੈਨੂੰ ਚੀਜ਼ ਦੀ ਜ਼ਰੂਰਤ ਹੈ। ਜਿਹੜੀ ਚੀਜ਼ ਮੇਰੇ ਕੋਲ ਨਹੀਂ ਹੈ, ਜੇ ਮੈਂ ਉਹ ਪ੍ਰਾਪਤ ਕਰਨੀ ਹੈ ਤਾਂ ਮੈਨੂੰ ਫੜਨੇ ਪੈਣੇ ਹਨ। ਜੇ ਮੇਰੇ ਕੋਲ ਗਿਆਨ ਨਹੀਂ ਹੈ ਤੇ ਗਿਆਨ ਦੇ ਦਾਤੇ ਕੋਲ ਮੈਂ ਪਹੁੰਚਿਆ ਹਾਂ ਤੇ ਮੈਂ ਗਿਆਨ ਲੈਣਾ ਹੈ ਤੇ ਕਿਸ ਤਰ੍ਹਾਂ ਲੈਣਾ ਹੈ? ਕਿਸੇ ਕੋਲੋਂ ਕੋਈ ਚੀਜ਼ ਅਸੀਂ ਲੈਣੀ ਹੈ ਤੇ ਕਿਸ ਤਰ੍ਹਾਂ ਲਵਾਂਗੇ? ਗਾਲ ਕੱਢ ਕੇ ਤੇ ਅਸੀਂ ਚੀਜ਼ ਲੈ ਨਹੀਂ ਸਕਦੇ, ਕੋੜਾ ਬੋਲ ਕੇ ਅਸੀਂ ਚੀਜ਼ ਨਹੀਂ ਲੈ ਸਕਦੇ। ਆਪਣੇ ਗੁਆਂਢੀ ਕੋਲੋਂ 1 ਕੋਲੀ ਚੀਨੀ ਦੀ ਮੰਗੀਏ, ਕੋੜੇ ਬਣ ਕੇ ਲਈ ਜਾ ਸਕਦੀ ਹੈ ਜਾਂ ਗਾਲ ਕੱਢ ਕੇ ਲਈ ਜਾ ਸਕਦੀ ਹੈ? ਨਹੀਂ ਲਈ ਜਾ ਸਕਦੀ, ਮਿੱਠਿਆਂ ਬਣਨਾ ਪੈਣਾ ਹੈ। ਸੋ ਸਤਿਗੁਰੂ ਜੀ ਦੱਸਣਾ ਕਰਦੇ ਹਨ ਥੋੜ੍ਹਾ ਜਿਹਾ ਨੀਵਾਂਪਨ ਲਿਆਉਣਾ ਪੈਣਾ ਹੈ ਚੀਜ਼ ਦਾਤ ਲੈਣ ਵਾਸਤੇ। ਇੱਥੇ ਸਤਿਗੁਰੂ ਜੀ ਦੱਸਣਾ ਕਰਦੇ ਹਨ ਮੈਂ ਦਾਤ ਲੈਣ ਲੱਗਾ, ਮੈਂ ਮੰਗ ਕਰ ਰਿਹਾ ਹਾਂ, ਅਤੇ ਜਿਹੜਾ ਮੰਗਤਾ ਹੁੰਦਾ ਹਮੇਸ਼ਾ ਨੀਵਾਂ ਬਣ ਕੇ ਆਉਂਦਾ ਹੈ। ਅਤੇ ਉਹ ਚਰਨ ਗਹੂੰ, ਮੈਂ ਉਹਦੇ ਚਰਨ ਫੜ ਲਵਾਂ। ਜਿਹੜਾ ਮੈਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਤੂੰ ਜਨ ਮਿਲਾਵੇਂਗਾ, ਮੈਂ ਉਸ ਜਨ ਦੇ ਚਰਨ ਗਹੂੰ ਬਕੂੰ ਸੁਭ ਰਸਨਾ, ਮੈਂ ਉਹਦੀ ਤਾਰੀਫ ਵੀ ਕਰਾਂਗਾ। ਕਿਉਂ ਕਰਦੇ ਨਹੀਂ? ਜੇਕਰ ਅਸੀਂ ਕਿਸੇ ਦੀ ਤਾਰੀਫ ਨਹੀਂ ਕਰਾਂਗੇ, ਝੂਠੀ ਤਾਰੀਫ ਹੀ ਸਹੀ, ਸੰਸਾਰ ਵਿੱਚ ਕਈ ਐਸੇ ਵੀ ਹਨ ਆਪਣਾ ਕੰਮ ਕਢਾਉਣ ਵਾਸਤੇ ਝੂਠੀ ਗੱਲ ਜ਼ਰੂਰ ਕਰਦੇ ਹਨ। ਹੁਣ ਕੰਮ ਕਢਾਉਣ ਵਾਸਤੇ ਮੰਤਰੀ ਦੀ ਥੋੜ੍ਹੀ ਦਿਨ ਤਾਰੀਫ ਕਰ ਲਓ, ਮੰਤਰੀ ਪਿੱਛੇ ਪਿੱਛੇ ਲੱਗੇ ਫਿਰਦੇ ਹਨ। ਇਹਦੇ ਵਰਗਾ ਤਾਂ ਬੰਦਾ ਕੋਈ ਨਹੀਂ, ਪਹਿਲੇ ਇਹਦਾ ਕੰਮ ਕਰਨਾ ਹੈ। ਕਿਉਂਕਿ ਇਹ ਤਾਂ ਬੰਦਾ ਹੀ ਬੜਾ ਚੰਗਾ ਹੈ, ਮੇਰੀ ਤਾਰੀਫ ਹੀ ਕਰਦਾ ਰਹਿੰਦਾ ਹੈ, ਮੇਰੇ ਨਾਲ ਖੜਾ। ਹੁਣ ਦੇਖੋ ਵੋਟਾਂ ਦਾ ਟਾਈਮ ਚੱਲ ਰਿਹਾ ਹੈ, ਜਿਹੜੇ ਜੀ ਮੰਤਰੀਆਂ ਦੇ ਨਾਲ ਖੜੇ ਹਨ, ਮੰਤਰੀ ਬਣਦਿਆਂ ਸਾਰੀ ਸਭ ਤੋਂ ਪਹਿਲੇ ਉਹਨਾਂ ਦਾ ਕੰਮ ਹੋਣਾ ਹੈ, ਭਾਵੇਂ ਕੋਈ ਚੰਗਾ ਹੈ ਭਾਵੇਂ ਕੋਈ ਮਾੜਾ ਹੈ। ਕਿਸੇ ਨੇ ਮੰਤਰੀ ਨੇ ਇਹ ਥੋੜ੍ਹੀ ਦੇਖਣਾ ਹੈ ਕਿ ਇਹਦੇ ਇਸ ਕੰਮ ਦੇ ਨਾਲ ਕਿਹਦਾ ਭਲਾ ਹੋ ਰਿਹਾ, ਉਹਨੇ ਤਾਂ ਇਹ ਦੇਖਣਾ ਹੈ ਕਿ ਮੈਂ ਜਿਹਦਾ ਕੰਮ ਕਰਨਾ ਹੈ ਉਹ ਮੇਰੇ ਨਾਲ ਤੁਰਿਆ ਹੈ ਅਤੇ ਉਹ ਕੰਮ ਭਾਵੇਂ ਚੰਗਾ ਹੈ ਭਾਵੇਂ ਮਾੜਾ ਹੈ, ਮੈਂ ਤਾਂ ਪੂਰਾ ਕਰ ਦੇਣਾ ਹੈ। ਇੱਥੇ ਸਤਿਗੁਰੂ ਜੀ ਦੱਸਣਾ ਕਰਦੇ ਹਨ ਕਿ ਮੈਂ ਜਿਸ ਦੇ ਕੋਲੋਂ ਮੰਗਣ ਜਾ ਰਿਹਾ ਹਾਂ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਉਸ ਨੇ ਮੈਨੂੰ ਜੋੜਨਾ ਹੈ ਅਤੇ ਮੈਂ ਉਹਦੇ ਚਰਨ ਫੜ ਲੈਣੇ ਹਨ ਅਤੇ ਮੈਂ ਉਹਦੀ ਤਾਰੀਫ ਕਰਨੀ ਹੈ। ਬਕੋਂ ਸ਼ੁਭ ਰਸਨਾ, ਆਪਣੀ ਰਸਨਾ ਦੇ ਨਾਲ ਮੈਂ ਉਹਦੇ ਸ਼ੁਭ ਬਚਨ ਬੋਲਣੇ ਹਨ, ਉਹਦੇ ਵਾਸਤੇ ਮੈਂ ਉਹਦੀ ਤਾਰੀਫ ਕਰਨੀ ਹੈ। ਮੇਰਾ ਗੁਰੂ ਵਾਹ ਦੇ ਕਾਬਲ ਹੈ, ਮੈਂ ਆਪਣੇ ਗੁਰੂ ਦੀ ਵਾਹ ਕਰਨੀ ਹੈ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਜੇ ਵਾਹ ਦੇ ਕਾਬਲ ਨਹੀਂ ਹੁੰਦਾ ਅਤੇ ਮਨ ਜਿਹੜਾ ਹੈ, ਪਤਾ ਹੈ ਮਨ ਵਾਹ ਦੇ ਕਾਬਲ ਨਹੀਂ ਹੈ ਗੁਰੂ ਮੇਰਾ, ਅਤੇ ਫਿਰ ਵਾਹ ਨਿਕਲਦਾ ਹੀ ਨਹੀਂ ਹੈ। ਮਨ ਕਰਕੇ ਵਾਹ ਗੁਰੂ ਕਦੇ ਹੋਵੇਗਾ ਹੀ ਨਹੀਂ। ਜ਼ੁਬਾਨ ਨਾਲ ਚਾਹੇ ਅਸੀਂ ਵਾਹ ਗੁਰੂ ਕਰਦੇ ਰਹੀਏ, ਪਰ ਜੇ ਸਾਡੇ ਮਨ ਨੂੰ ਪਤਾ ਹੈ ਕਿ ਵਾਹ ਗੁਰੂ ਜਿਹੜਾ ਹੈ ਸਾਡਾ ਵਾਹ ਦੇ ਕਾਬਲ ਨਹੀਂ ਹੈ, ਅਤੇ ਫਿਰ ਵਾਹ ਜਿਹੜਾ ਹੈ ਮਨੋਂ ਨਹੀਂ ਨਿਕਲੇਗਾ। ਅਤੇ ਜਦੋਂ ਤੱਕ ਮਨੋਂ ਵਾਹ ਗੁਰੂ ਨਹੀਂ ਨਿਕਲੇਗਾ, ਉਦੋਂ ਤੱਕ ਮਨ ਵਾਹ ਗੁਰੂ ਦੇ ਨਾਲ ਜੁੜੇਗਾ ਨਹੀਂ। ਅਤੇ ਜਦੋਂ ਤੱਕ ਵਾਹ ਗੁਰੂ ਦੇ ਨਾਲ ਮਨ ਜੁੜੇਗਾ ਨਹੀਂ, ਅਤੇ ਵਾਹ ਗੁਰੂ ਨੂੰ ਕੀ ਪਈ ਹੈ ਸਾਡੀ ਲੋੜ ਪੂਰੀ ਕਰਨ ਦੀ। ਲਿਵ ਛੁਟਕੀ, ਛੁੱਟੀ ਤਾਂ ਛੁੱਟੀ ਰਹਿ ਜਾਂਦੀ ਹੈ।
ਇੱਥੇ ਮਨ ਕਰਕੇ ਜੁੜਨ ਦੀ ਗੱਲ ਹੋ ਰਹੀ ਹੈ, ਤਨ ਕਰਕੇ ਜੁੜਨ ਦੀ ਗੱਲ ਨਹੀਂ ਹੋ ਰਹੀ। ਤਨ ਕਰਕੇ ਤੇ ਅਸੀਂ ਕਈ ਵਿਕਾਰੀਆਂ ਦੇ ਨਾਲ ਜੁੜੇ ਫਿਰਦੇ ਹਾਂ। ਸਤਿਗੁਰੂ ਜੀ ਇੱਥੇ ਦੱਸਣਾ ਕਰਦੇ ਹਨ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜ ਹੈ ਪ੍ਰਾਣ ਅਕੁਰ। ਮੈਂ ਆਪਣੇ ਪ੍ਰਾਣਾਂ ਨੂੰ ਉਹਦੇ ਉੱਤੇ ਨਿਸ਼ਾਵਰ ਕਰ ਦਿਆਂ। ਮੇਰੇ ਕੋਲ ਜੋ ਚੀਜ਼ ਹੈ ਮੈਂ ਉਹੀ ਦੇ ਸਕਦਾ। ਮੇਰੇ ਕੋਲ ਮੇਰੀ ਜਿੰਦ ਹੈ, ਮੇਰੇ ਕੋਲ ਜੀਵਨ ਹੈ, ਮੈਂ ਆਪਣਾ ਜੀਵਨ ਦੇ ਸਕਦਾ ਹਾਂ। ਜੀਵਨ ਦੇਣ ਵਾਲੇ ਵਿਲੱਖਣ ਪੁਰਖ ਹੋਏ ਹਨ। ਭਗਤ ਪੂਰਨ ਜੀ ਦੀ ਹਿਸਟਰੀ ਪੜ੍ਹ ਕੇ ਦੇਖੀ, ਉਹਨਾਂ ਨੇ ਜੀਵਨ ਦਿੱਤਾ ਹੈ। ਜਦੋਂ ਕੋਈ ਦਰਖਤ ਨੂੰ ਕੱਟਦਾ ਸੀ ਤੇ ਦਰਖਤ ਦੇ ਕੋਲ ਬੈਠ ਕੇ ਰੋਣ ਲੱਗ ਜਾਂਦੇ ਸਨ ਕਿ ਕਿਉਂ ਆਪਣੇ ਫੇਫੜਿਆਂ ਨੂੰ ਕੱਟਣ ਜਾ ਰਹੇ ਹੋ। ਮਤਲਬ ਦਰਖਤਾਂ ਨੇ ਤੁਹਾਨੂੰ ਸਾਹ ਦੇਣਾ ਹੈ, ਤੁਹਾਡੇ ਫੇਫੜਿਆਂ ਨੂੰ ਸਾਹ ਦੇਣਾ ਹੈ, ਤੁਸੀਂ ਆਪਣੇ ਫੇਫੜਿਆਂ ਨੂੰ ਕੱਟੀ ਜਾ ਰਹੇ ਹੋ। ਜਦੋਂ ਕੋਈ ਪਾਣੀ ਦੇ ਵਿੱਚ ਮੱਛੀ ਮਰੀ ਹੋਈ ਦੇਖਦੇ ਸਨ ਤੇ ਉੱਥੇ ਬੈਠ ਕੇ ਰੋਣ ਲੱਗ ਜਾਂਦੇ, ਭੁੱਬਾਂ ਮਾਰ ਕੇ ਰੋਣ ਲੱਗ ਜਾਂਦੇ ਸਨ। ਪਹਿਲਾ ਪਾਣੀ ਜੀਓ ਹੈ, ਇਹਨਾਂ ਨੇ ਜੀਵਨ ਖਤਮ ਕਰ ਦਿੱਤਾ, ਇਹਨਾਂ ਨੇ ਜੀਵਨ ਖਰਾਬ ਕਰ ਦਿੱਤਾ, ਰੋਣ ਲੱਗ ਜਾਂਦੇ ਸਨ। ਐਸੇ ਵੱਖਰੇ ਰੂਪ ਦੇ ਨਾਲ ਉਹ ਪ੍ਰਕਿਰਤਿਕ ਨੂੰ ਦੇਖਦੇ ਸਨ। ਜਿੱਧਰੋਂ ਚਿਮਣੀ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਹੁੰਦਾ ਸੀ, ਉੱਥੇ ਬੈਠ ਕੇ ਰੋਣ ਲੱਗ ਜਾਂਦੇ। ਇਹਨਾਂ ਨੇ ਹਵਾ ਖਰਾਬ ਕਰ ਦਿੱਤੀ ਸਾਰੀ। ਹੁਣ ਸਾਹ ਦੇ ਵਿੱਚ ਕੈਂਸਰ ਆਵੇਗਾ ਹੀ ਆਵੇਗਾ, ਕਿਉਂਕਿ ਹਵਾ ਦੂਸ਼ਿਤ ਹੋ ਚੁੱਕੀ ਹੈ। ਇਹ ਹੈ ਜੀਵਨ ਨੂੰ ਜੁੜੇ ਹੋਏ ਜਿਹੜੇ ਇਨਸਾਨ ਹਨ, ਜਿਨ੍ਹਾਂ ਨੇ ਕੁਝ ਪ੍ਰਾਪਤ ਕੀਤਾ, ਜਿਨ੍ਹਾਂ ਨੇ ਪ੍ਰਕਿਰਤੀ ਦੇ ਵਿੱਚ ਪਰਮਾਤਮਾ ਨੂੰ ਦੇਖਿਆ ਹੈ। ਉਹਨਾਂ ਜੁੜੇ ਹੋਇਆਂ ਨੂੰ ਜੁੜਨ ਦੇ ਵਾਸਤੇ ਮੰਗ ਕੀਤੀ ਹੈ। ਸਤਿਗੁਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਕਹਿ ਰਹੇ ਹਨ ਕਿ ਮੈਨੂੰ ਉਹਨਾਂ ਜੁੜੇ ਹੋਇਆਂ ਦੇ ਨਾਲ ਜੁੜਨ ਦੀ ਥੋੜ੍ਹੀ ਜਿਹੀ ਸੁਮੱਤ ਬਖਸ਼ਿਸ਼ ਕਰੋ। ਮੈਂ ਉਹਨਾਂ ਤੋਂ ਆਪਣੀ ਜਿੰਦ ਵਾਰ ਦਿਆਂ, ਮੈਂ ਉਹਨਾਂ ਦੇ ਵਾਸਤੇ ਸ਼ੁਭ ਵਚਨ ਬੋਲਾਂ, ਆਪਣੀ ਰਸਨਾ ਦੇ ਦੁਆਰਾ ਮੈਂ ਉਹਨਾਂ ਦੀ ਤਾਰੀਫ ਕਰਾਂ, ਮੈਂ ਉਹਨਾਂ ਦੇ ਚਰਨ ਫੜ ਲਵਾਂ। ਮੈਨੂੰ ਵੀ ਜੀਵਨ ਜਾਚ ਸਿਖਾ ਦਿਓ, ਮੈਨੂੰ ਵੀ ਪ੍ਰਕਿਰਤੀ ਦੇ ਵਿੱਚ ਪਰਮਾਤਮਾ ਨੂੰ ਦੇਖਣ ਦਾ ਨਜ਼ਰੀਆ ਆ ਜਾਵੇ। ਮੈਂ ਵੀ ਕਿਸੇ ਪੰਛੀ ਨੇ ਨਹੀਂ ਕਦੇ ਸੁਣਿਆ ਕਿ ਕਿਸੇ ਪੰਛੀ ਨੇ ਪ੍ਰਕਿਰਤੀ ਨੂੰ ਖਰਾਬ ਕੀਤਾ ਹੋਵੇ ਜਾਂ ਕਿਸੇ ਜਾਨਵਰ ਨੇ ਪ੍ਰਕਿਰਤੀ ਨੂੰ ਖਰਾਬ ਕੀਤਾ ਹੋਵੇ। ਪ੍ਰਕਿਰਤੀ ਨੂੰ ਖਰਾਬ ਕਰ ਰਿਹਾ ਹੈ ਇਨਸਾਨ, ਮਨੁੱਖ। ਉਹ ਆਪਣੀਆਂ ਲੋੜਾਂ ਨੂੰ ਪੂਰੀਆਂ ਕਰਨ ਦੇ ਚੱਕਰ ਦੇ ਵਿੱਚ ਸਾਰੀ ਦੀ ਸਾਰੀ ਕਾਇਨਾਤ ਨੂੰ ਖਰਾਬ ਕਰਦਾ ਜਾ ਰਿਹਾ ਹੈ। ਬ੍ਰਹਮਾਂਡ ਦੇ ਵਿੱਚ ਵਸੇ ਹੋਏ ਪਰਮਾਤਮਾ ਨੂੰ ਦੇਖਣ ਦਾ ਨਜ਼ਰੀਆ ਉਹ ਮੰਗ ਕਰ ਰਹੇ ਹਨ। ਸਤਿਗੁਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ, ਮਨ ਤਨ ਨਿਰਮਲ ਕਰਤ ਕਿਆਰੋ। ਜਿਵੇਂ ਜਿਹੜਾ ਜ਼ਮੀਨਦਾਰ ਹੁੰਦਾ ਹੈ ਉਹ ਧਰਤੀ ਨੂੰ ਸਿੰਜਦਾ ਹੈ ਤੇ ਕਿਆਰੇ ਬਣਾਉਂਦਾ ਹੈ ਬੀਜ ਪਾਉਣ ਤੋਂ ਪਹਿਲੇ, ਇਸੇ ਪ੍ਰਕਾਰ ਮੈਂ ਆਪਣੇ ਮਨ ਨੂੰ ਤੇ ਤਨ ਨੂੰ ਕਿਆਰਾ ਬਣਾ ਕੇ ਸਿੰਜਣ ਤੋਂ ਪਹਿਲੇ, ਬੀਜ ਪਾਉਣ ਤੋਂ ਪਹਿਲੇ ਮਨ ਨੂੰ ਤੇ ਤਨ ਨੂੰ ਕਿਆਰਾ ਬਣਾਵਾਂ, ਉਹਦੇ ਵਿੱਚ ਸਬਰ ਤੇ ਸੰਤੋਖ ਦਾ ਪਾਣੀ ਪਾਵਾਂ, ਸੁਹਾਗਾ ਫੇਰਾਂ, ਤਾਂ ਕਿ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ। ਸ਼ਰਮ ਮਿਹਨਤ ਦਾ ਮੈਂ ਪਾਣੀ ਪਾਵਾਂ ਇਸ ਤਨ ਰੂਪੀ ਖੇਤ ਦੇ ਵਿੱਚ, ਹਲ ਜੋਤਾਂ, ਨਾਮ ਬੀਜਾਂ। ਸਤਿਗੁਰੂ ਜੀ ਦੱਸਣਾ ਕਰਦੇ, ਨਾਮ ਬੀਜ, ਸੰਤੋਖ ਸੁਹਾਗਾ, ਸੰਤੋਖ ਦਾ ਸੁਹਾਗਾ ਫੇਰਾਂ, ਸਬਰ ਦਾ ਸੁਹਾਗਾ ਉਹਦੇ ਉੱਤੇ ਫਿਰੇ, ਤਾਂ ਗੱਲ ਬਣਦੀ ਹੈ। ਫਿਰ ਸਤਿਗੁਰੂ ਜੀ ਦੱਸਣਾ ਕਰਦੇ ਹਨ, ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ। ਫਿਰ ਉਹਦੇ ਵਿੱਚ ਅੰਮ੍ਰਿਤ ਪੈਦਾ ਹੁੰਦਾ ਹੈ, ਸੰਜੋਰ, ਬੀਜ, ਨਾਮ ਬੀਜ। ਜਦੋਂ ਜਿਸ ਤਰ੍ਹਾਂ ਦਾ ਬੀਜ ਅਸੀਂ ਬੀਜਾਂਗੇ ਉਸ ਤਰ੍ਹਾਂ ਦਾ ਹੀ ਫਲ ਸਾਨੂੰ ਪ੍ਰਾਪਤ। ਜੇਕਰ ਅਸੀਂ ਨਿੰਮ ਬੀਜ ਰਹੇ ਹਾਂ ਤੇ ਅੰਬਾਂ ਦੀ ਉਮੀਦ ਤੇ ਅਸੀਂ ਕਰ ਨਹੀਂ ਸਕਦੇ। ਜੇ ਅਸੀਂ ਕੁੜੱਤਣ ਬੀਜ ਰਹੇ ਹਾਂ, ਮਿਠਾਸ ਦੀ ਉਮੀਦ ਅਸੀਂ ਨਹੀਂ ਕਰ ਸਕਦੇ। ਜੇ ਕੁੜੱਤਣ ਬੀਜੀ ਜਾ ਰਹੀ ਹੈ, ਜੇ ਅਵੇਸਲਾਪਣ ਬੀਜਿਆ ਜਾ ਰਿਹਾ ਹੈ, ਜੇ ਦੁਚਿੱਤਾਪਣ ਬੀਜਿਆ ਜਾ ਰਿਹਾ ਹੈ, ਜੇ ਸ਼ੰਕੇ ਬੀਜੇ ਜਾ ਰਹੇ ਹਨ ਤੇ ਫਿਰ ਸ਼ੰਕੇ ਹੀ ਮਿਲਣੇ ਹਨ। ਜੇ ਟੁੱਟਣਾ ਬੀਜਿਆ ਜਾ ਰਿਹਾ ਹੈ ਤੇ ਫਿਰ ਟੁੱਟਣਾ ਹੀ ਮਿਲਣਾ ਹੈ। ਜੇ ਜੁੜਨਾ ਬੀਜਾਂਗੇ ਤੇ ਜੁੜਿਆ ਹੋਇਆ ਮਿਲੇਗਾ। ਸਤਿਗੁਰੂ ਜੀ ਦੱਸਣਾ ਕਰਦੇ ਹਨ, ਜੇ ਰਸ ਬੀਜਾਂਗੇ ਅੰਮ੍ਰਿਤਮਈ ਰਸ, ਵਾਹ ਗੁਰੂ ਵਾਹ ਗੁਰੂ ਵਾਹ, ਆਪਣੇ ਗੁਰੂ ਦੀ ਵਾਹ ਵਾਹ ਬੀਜਾਂਗੇ ਤੇ ਆਟੋਮੈਟਿਕਲੀ ਜੀਵਨ ਵਾਹ ਗੁਰੂ ਹੋ ਜਾਏਗਾ। ਪਰਮਾਤਮਾ ਜੀਵਨ ਨੂੰ ਵਾਹ ਗੁਰੂ ਬਣਾ ਦਿੰਦਾ ਹੈ। ਜਿਸ ਤਰ੍ਹਾਂ ਦੀ ਮੰਗ ਸਾਡੀ ਹੋਵੇਗੀ ਉਸ ਤਰ੍ਹਾਂ ਦਾ ਸਾਡਾ ਰੰਗ ਹੋਵੇਗਾ, ਉਸ ਤਰ੍ਹਾਂ ਦੀ ਸਾਡੀ ਜੀਵਨ ਸ਼ੈਲੀ ਹੋਵੇਗੀ, ਉਸ ਤਰ੍ਹਾਂ ਦਾ ਸਾਡਾ ਵਿਹਾਰ ਹੋਏਗਾ, ਜਿਸ ਤਰ੍ਹਾਂ ਦਾ ਸਾਡਾ ਆਹਾਰ ਹੋਏਗਾ। ਸਤਿਗੁਰੂ ਜੀ ਇੱਥੇ ਦੱਸਣਾ ਕਰਦੇ ਹਨ ਕਿ ਇਹ ਰਸ ਮਹਿ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ। ਸਤਿਗੁਰੂ ਜੀ ਵੱਡੀ ਮੋਹਣੀ ਮਾਇਆ ਨਾਲੋਂ ਸੰਬੰਧ ਤੋੜ ਕੇ ਨਾਮ ਰਸ ਵਿੱਚ ਮਸਤ ਰਹਿੰਦਾ ਹੈ ਜਿਹੜਾ ਜੀਵ। ਮੈਂ ਉਸ ਪਰਮਾਤਮਾ ਦੇ ਜੀਵ ਦੇ ਨਾਲ ਮਿਲਣਾ ਚਾਹੁੰਦਾ ਹਾਂ। ਆਇਓ ਸ਼ਰਨ, ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ। ਦੀਨ ਦੁੱਖ ਭੰਜਨ, ਹੈ ਦੀਨਾਂ ਦੇ ਦੁੱਖਾਂ ਨੂੰ ਤੋੜਨ ਵਾਲਿਆ, ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਚਿਤਵੋਂ ਤੁਮਰੀ ਔਰ, ਤੇਰੇ ਵੱਲ ਮੈਂ ਆਪਣਾ ਮਨ ਚਿੱਤ ਜੋੜ ਕੇ
ਤੇਰੇ ਵੱਲ ਨੂੰ ਮੈਂ ਤੁਰ ਕੇ ਆਇਆ ਹਾਂ, ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਕਿਰਪਾ ਕਰ। ਅਭੈ ਪਦ ਦਾਨ, ਤੂੰ ਦਾਨ ਦੇ। ਕਿਹੜਾ ਦਾਨ ਮੰਗ ਰਹੇ ਹਾਂ ਜੀ? ਨਾਮ ਦਾਨ। ਉਹ ਨਾਮ ਦਾਨ ਦੇ, ਮੈਨੂੰ ਸੋਝੀ ਆ ਜਾਵੇ, ਮੈਨੂੰ ਗੁਰਮਤ ਦੀ ਤਰ੍ਹਾਂ ਮੈਨੂੰ ਆਪਣੀ ਮੱਤ ਦੇ, ਗੁਰੂ ਦੀ ਮੱਤ ਦੇ, ਤਾਂ ਕਿ ਮੈਂ ਗੁਰਮਤੀਆ ਬਣ ਕੇ ਇਸ ਸੰਸਾਰ ਦੇ ਵਿੱਚ ਵਿਚਰ ਸਕਾਂ। ਮੈਂ ਗੁਰੂ ਦੀ ਮੱਤ ਲੈ ਕਰਕੇ ਗੁਰੂ ਦੀ ਮੱਤ ਨੂੰ ਸਾਰੇ ਸੰਸਾਰ ਵਿੱਚ ਖਿਲਾਰਨ ਦੇ ਵਿੱਚ ਆਪ ਜੀ ਦੁਆਰਾ ਬਖਸ਼ੀ ਹੋਈ ਮੱਤ ਅਨੁਸਾਰ ਸਹਾਈ ਸਿੱਧ ਹੋ ਸਕਾਂ। ਮੈਂ ਆਪ ਜੀ ਦਾ ਅੰਸ਼ ਵੰਸ਼ ਹਾਂ ਅਤੇ ਆਪ ਜੀ ਦਾ ਜਿਹੜਾ ਨਾਮ ਵਾਲਾ ਪ੍ਰਕਾਸ਼ ਹੈ, ਸਾਰੇ ਪਾਸੇ ਪ੍ਰਕਾਸ਼ਮਾਨ ਕਰਕੇ ਆਪ ਜੀ ਦੀ ਸੋਭਾ ਇਸ ਸੰਸਾਰ ਦੇ ਵਿੱਚ ਵਧਾ ਸਕਾਂ। ਕਿਉਂਕਿ ਦੇਖੋ, ਜਿਹੜਾ ਟੁੱਟਿਆ ਹੋਇਆ ਹੈ ਉਹ ਜਿੱਥੇ ਵੀ ਜਾਏਗਾ ਟੁੱਟਣ ਦੀ ਗੱਲ ਕਰੇਗਾ। ਜਿਹੜਾ ਜੁੜਿਆ ਹੋਇਆ ਉਹ ਜਿੱਥੇ ਵੀ ਜਾਏਗਾ, ਜਿਸ ਦੇ ਨਾਲ ਵੀ ਬੈਠੇਗਾ, ਜਿਸ ਦੇ ਨਾਲ ਵੀ ਉੱਠੇਗਾ, ਉਸ ਦੇ ਨਾਲ ਜੁੜਨ ਦੀ ਗੱਲ ਕਰੇਗਾ। ਇਸ ਕਰਕੇ ਸਾਡੇ ਉੱਤੇ ਫੈਸਲਾ ਸਤਿਗੁਰੂ ਜੀ ਨੇ ਸੁੱਟਿਆ ਹੈ ਕਿ ਬੱਚਾ ਥੋੜ੍ਹੀ ਦੇਰ ਅੱਗੇ ਤੁਰਦਾ ਹੈ, ਦੇਖਦਾ ਹੈ ਪਰਮਾਤਮਾ ਦੇਖਦੇ ਆ ਕਿੱਥੇ ਤੱਕ ਭੱਜਦਾ ਹੈ, ਤੁਰਦਾ ਹੈ। ਉਹ ਦੇਖ ਰਿਹਾ ਹੈ, ਸਦ ਸੁਣਦਾ, ਸਦ ਵੇਖਦਾ। ਉਹ ਸਦਾ ਸੁਣਦਾ ਹੈ, ਸਦਾ ਵੇਖਦਾ ਹੈ। ਉਹਨੇ ਸਿਰਫ ਉਂਗਲੀ ਛੱਡੀ ਹੈ, ਉਹਨੇ ਸਾਥ ਨਹੀਂ ਛੱਡਿਆ। ਉਹ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ ਉੱਤੇ ਲਿਖਿਆ ਹੋਇਆ ਹੈ। ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਅਸੀਂ ਉਸ ਦੀ ਮੰਗ ਕਰ ਰਹੇ ਹਾਂ। ਸਤਿਗੁਰੂ ਜੀ, ਹਰ ਜਨ ਕੋਈ ਜਨ ਹਰ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ, ਪ੍ਰਾਣ ਅਕੋਰ। ਸਤਿਗੁਰ ਕਿਰਪਾ ਕਰਨ, ਸਾਨੂੰ ਮੰਗਣਾ ਆ ਜਾਵੇ, ਸਾਨੂੰ ਸਾਡੀਆਂ ਮੰਗਾਂ ਕਿਸ ਤਰ੍ਹਾਂ ਦੀਆਂ ਰੱਖਣੀਆਂ ਹਨ ਉਸ ਦੇ ਬਾਰੇ ਸੋਝੀ ਆ ਜਾਵੇ। ਅਸੀਂ ਗੁਰਮਤੀਏ ਬਣ ਕੇ ਆਲਮੀ ਵਚਨ ਪ੍ਰੇਰਨਾ ਦਾ ਇੱਕ ਸਰੋਤਾਂ ਤੋਂ ਅਸੀਂ ਪ੍ਰੇਰਨਾ ਲੈ ਕਰਕੇ ਆਪਣੇ ਜੀਵਨ ਜਾਚ ਸਿੱਖ ਸਕੀਏ ਔਰ ਸਤਿਗੁਰੂ ਜੀ ਦੀ ਨੇੜਤਾ ਪ੍ਰਾਪਤ ਕਰ ਸਕੀਏ। ਟੁੱਟੇ ਹੋਇਆਂ ਨੂੰ ਸਤਿਗੁਰੂ ਜੀ ਸਾਡੇ ਆਪਣੇ ਮਨਾਂ ਨੂੰ ਸਤਿਗੁਰੂ ਜੀ ਆਪਣੇ ਮਨ ਦੇ ਨਾਲ ਜੋੜ ਲੈਣ। ਭੁੱਲਾਂ ਚੁੱਕਾਂ ਦੀ ਖਿਮਾ। ਜੋ ਕੱਲ੍ਹ ਦੀ ਦੇਗ ਦੀ ਸੇਵਾ ਹੈ ਉਹ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਮੰਡੇਰ ਅਤੇ ਕੁਲਵੰਤ ਕੌਰ ਜੀ ਗੁਰਮ, ਤਿੰਨਾਂ ਦੇ ਗੁਰਮੁਖ ਪਰਿਵਾਰਾਂ ਵੱਲੋਂ ਹੈ। ਸਮੇਂ ਸਿਰ ਗੁਰਦਰਬਾਰ ਵਿਖੇ ਪਹੁੰਚ ਕੇ ਗੁਰ ਸਤਿਗੁਰੂ ਜੀ ਦੀ ਖੁਸ਼ੀਆਂ ਪ੍ਰਾਪਤ ਕਰਨ ਦਾ ਯਤਨ ਕਰਨਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।